ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ। ਮੈਂ ਹਾਂ ਜਸਬੀਰ ਤੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਇੱਕ ਨਜ਼ਰ ਪਾਉਂਦੇ ਹਾਂ ਹੈਡਲਾਈਨਸ ਤੇ। ਕੈਨੇਡੀਅਨਸ ਨੂੰ ਇੱਕ ਵਾਰ ਫਿਰ ਵਿਆਜ ਦਰਾਂ 'ਚ ਕੀਤੇ ਜਾਣ ਵਾਲੇ ਵਾਧੇ ਦਾ ਕਰਨਾ ਪੈ ਸਕਦਾ ਹੈ ਸਾਹਮਣਾ। 1 ਸਾਲ ਤੋਂ ਵੀ ਘੱਟ ਸਮੇਂ 'ਚ ਬੈਂਕ ਵੱਲੋਂ 8 ਵਾਰੀ ਆਪਣੀਆਂ ਵਿਆਜ ਦਰਾਂ 'ਚ ਕੀਤਾ ਜਾ ਚੁੱਕਿਆ ਹੈ ਵਾਧਾ। ਹੜਤਾਲੀ ਬੰਦਰਗਾਹ ਕਾਮਿਆਂ ਨੇ ਵੈਨਕੂਵਰ ਵਾਟਰਫਰੰਟ ਨੇੜੇ ਕੀਤੀ ਰੈਲੀ। ਯੂਨੀਅਨ ਦੇ ਪ੍ਰਧਾਨ ਰੌਬ ਐਸ਼ਟਨ ਨੇ ਕਿਹਾ ਕਿ ਮਾਲਕ ਗੱਲ ਨਹੀਂ ਕਰਨਾ ਚਾਹੁੰਦੇ ਤੇ ਕਰਮਚਾਰੀਆਂ ਨਾਲ ਸਤਿਕਾਰ ਨਾਲ ਪੇਸ਼ ਨਹੀਂ ਆਉਂਦੇ। ਇਮੀਗ੍ਰੇਸ਼ਨ ਵਕੀਲ ਸਤਿੰਦਰ ਸੱਤੀ ਭੜਕੀ ਪੰਜਾਬ ਦੇ ਧੋਖੇਬਾਜ਼ ਟਰੈਵਲ ਏਜੰਟਾਂ ਤੇ। ਕਿਹਾ ਬਹੁਤ ਸਾਰੀਆਂ ਵੀਜ਼ਾ ਅਰਜ਼ੀਆਂ ਟਰੈਵਲ ਏਜੰਟਾਂ ਦੀ ਵਜ੍ਹਾ ਕਰਕੇ ਹੋ ਰਹੀਆਂ ਨੇ ਰੱਦ। ਓਨਟਾਰੀਓ 'ਚ ਗਰਮੀ ਦੀ ਲਹਿਰ ਤੋਂ ਬਾਅਦ ਰਾਹਤ ਮਿਲਣ ਦੀ ਉਮੀਦ, ਪਰ ਕਿਊਬਿਕ 'ਚ ਵੀਕਐਂਡ ਤੱਕ ਗਰਮ ਅਤੇ ਨਮੀ ਵਾਲਾ ਮੌਸਮ ਰਹਿਣ ਦੀ ਭਵਿੱਖਬਾਣੀ। ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਅਗਲੇ ਹਫ਼ਤੇ ਕੈਨੇਡੀਅਨਸ ਨੂੰ ਇੱਕ ਵਾਰ ਫੇਰ ਵਿਆਜ ਦਰਾਂ 'ਚ ਕੀਤੇ ਜਾਣ ਵਾਲੇ ਵਾਧੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜ਼ਿਕਰਯੋਗ ਹੈ ਕਿ 1 ਸਾਲ ਤੋਂ ਵੀ ਘੱਟ ਸਮੇਂ 'ਚ ਬੈਂਕ ਵੱਲੋਂ 8 ਵਾਰੀ ਆਪਣੀਆਂ ਵਿਆਜ ਦਰਾਂ 'ਚ ਵਾਧਾ ਕੀਤਾ ਜਾ ਚੁੱਕਿਆ ਹੈ। 2023 'ਚ ਇਹ ਤੀਜਾ ਵਾਧਾ ਹੋਵੇਗਾ। ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਅਗਲੇ ਹਫ਼ਤੇ ਕੈਨੇਡੀਅਨਸ ਨੂੰ ਇੱਕ ਵਾਰੀ ਫਿਰ ਵਿਆਜ ਦਰਾਂ ਵਿੱਚ ਕੀਤੇ ਜਾਣ ਵਾਲੇ ਵਾਧੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਈ ਹੋਮ ਓਨਰਜ਼ ਪਹਿਲਾਂ ਹੀ ਵਿੱਤੀ ਤੌਰ ਤੇ ਖੁਦ ਨੂੰ ਕਮਜ਼ੋਰ ਮਹਿਸੂਸ ਕਰ ਰਹੇ ਨੇ ਤੇ ਅਜਿਹਾ ਹੋਣ ਨਾਲ ਮੌਰਗੇਜ ਦੀ ਅਦਾਇਗੀ ਤੱਕ ਉਹਨਾਂ ਲਈ ਮੁਸ਼ਕਲ ਹੋ ਜਾਵੇਗੀ। ਰਾਇਲ ਬੈਂਕ ਆਫ ਕੈਨੇਡਾ ਦੇ ਅਸਿਸਟੈਂਟ ਚੀਫ ਇਕਨੋਮਿਸਟ ਰੌਬਰਟ ਹੋਗ ਨੇ ਕਿਹਾ ਹੈ ਕਿ 12 ਜੁਲਾਈ ਨੂੰ ਬੈਂਕ ਆਫ ਕੈਨੇਡਾ ਵੱਲੋਂ 25 ਬੇਸਿਸ ਅੰਕਾਂ ਦੇ ਵਾਧੇ ਦਾ ਐਲਾਨ ਕੀਤਾ ਜਾ ਸਕਦਾ ਹੈ। ਮੌਂਟਰੀਅਲ 'ਚ ਕੌਨਕੋਰਡੀਆ ਯੂਨੀਵਰਸਿਟੀ 'ਚ ਇਕਨੋਮਿਕਸ ਦੇ ਸੀਨੀਅਰ ਲੈਕਚਰਰ ਮੋਸ਼ੇ ਲੈਂਡਰ ਨੇ ਆਖਿਆ ਹੈ ਕਿ ਇਸ ਤਰ੍ਹਾਂ ਦਾ ਇੱਕ ਹੋਰ ਵਾਧਾ ਕਿਸੇ ਵੀ ਤਰ੍ਹਾਂ ਦੀ ਖਰੀਦਦਾਰੀ ਕਰਨ ਵਾਲਿਆਂ ਲਈ ਸਹੀ ਨਹੀਂ ਹੈ। ਉਹਨਾਂ ਮਿਸਾਲ ਦਿੰਦਿਆਂ ਕਿਹਾ ਕਿ ਹਾਊਸਿੰਗ ਮਾਰਕੀਟ ਤੋਂ ਲੈ ਕੇ ਸਟੂਡੈਂਟ ਲੋਨ ਤੱਕ ਵਰਗੇ ਕਿਸੇ ਵੀ ਨਿੱਜੀ ਕਰਜ਼ੇ ਲਈ ਇਹ ਸਮਾਂ ਠੀਕ ਨਹੀਂ। ਉਹਨਾਂ ਕਿਹਾ ਹੈ ਕਿ ਵਿਆਜ ਦਰਾਂ ਇੰਨੀਆਂ ਵੱਧ ਚੁੱਕੀਆਂ ਨੇ ਕਿ ਗੁਜ਼ਾਰਾ ਕਰਨਾ ਔਖਾ ਹੋ ਗਿਆ ਹੈ। ਇਹਨਾਂ ਵਿਆਜ ਦਰਾਂ ਦੇ ਮੁਕਾਬਲੇ ਸਾਡੀ ਆਮਦਨ ਓਨੀ ਨਹੀਂ ਵੱਧ ਰਹੀ ਜਿੰਨੀ ਆਮਦਨ ਹੈ ਉਹ ਲੈ ਗਏ ਕਰਜ਼ੇ ਦਾ ਵਿਆਜ ਮੋੜਨ 'ਚ ਹੀ ਖੱਪ ਜਾਂਦੀ ਹੈ। ਜ਼ਿਕਰਯੋਗ ਹੈ ਕਿ 1 ਸਾਲ ਤੋਂ ਵੀ ਘੱਟ ਸਮੇਂ 'ਚ ਬੈਂਕ ਵੱਲੋਂ 8 ਵਾਰੀ ਆਪਣੀਆਂ ਵਿਆਜ ਦਰਾਂ 'ਚ ਵਾਧਾ ਕੀਤਾ ਜਾ ਚੁੱਕਿਆ ਹੈ। 2023 'ਚ ਇਹ ਤੀਜਾ ਵਾਧਾ ਹੋਵੇਗਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨਾਲ ਮੁਲਾਕਾਤ ਕੀਤੀ ਜਾਵੇਗੀ। ਸਟੈਂਪੀਡ ਸੀਜ਼ਨ ਆ ਜਾਣ ਕਾਰਨ ਟਰੂਡੋ ਕਈ ਹੋਰਨਾਂ ਥਾਵਾਂ ਦਾ ਦੌਰਾ ਵੀ ਕਰਨਗੇ। ਟਰੂਡੋ ਤੇ ਸਮਿਥ ਵੱਲੋਂ ਗ੍ਰੀਨ ਹਾਊਸ ਗੈਸਾਂ ਦੇ ਰਿਸਾਅ ਤੇ 2035 ਤੱਕ ਫੈਡਰਲ ਸਰਕਾਰ ਦੇ ਨੈੱਟ ਜ਼ੀਰੋ ਇਲੈਕਟ੍ਰਿਸਿਟੀ ਗ੍ਰਿਡ ਦੇ ਟੀਚੇ ਨੂੰ ਪੂਰਾ ਕਰਨ ਲਈ ਕੀਤੀ ਜਾਣ ਵਾਲੀ ਗੱਲਬਾਤ ਤੋਂ ਇਲਾਵਾ ਕਈ ਹੋਰ ਮੁੱਦੇ ਵੀ ਵਿਚਾਰੇ ਜਾਣਗੇ। ਕੈਨੇਡਾ ਤੇ ਅਲਬਰਟਾ 2050 ਤੱਕ ਨੈੱਟ ਜ਼ੀਰੋ ਦਾ ਸੁਪਨਾ ਸਾਕਾਰ ਕਰਨ ਬਾਰੇ ਸੋਚ ਰਹੇ ਨੇ, ਪਰ ਫੈਡਰਲ ਸਰਕਾਰ ਕੋਲ ਇਹਨਾਂ ਤੋਂ ਇਲਾਵਾ ਕਈ ਹੋਰ ਵੀ ਟੀਚੇ ਨੇ ਜਿਹੜੇ ਪੂਰੇ ਕੀਤੇ ਜਾਣੇ ਨੇ। ਹੋਰ ਟੀਚਿਆਂ ਮੁਤਾਬਕ ਆਇਲ ਤੇ ਗੈਸ ਸੈਕਟਰ ਤੋਂ ਰਿਸਾਅ ਨੂੰ 40% ਘਟਾਉਣ ਲਈ ਸਰਕਾਰ 2030 ਤੱਕ ਦਾ ਟੀਚਾ ਮਿੱਥੀ ਬੈਠੀ ਹੈ। ਸਮਿਥ ਨੇ ਆਖਿਆ ਕਿ ਉਹਨਾਂ ਨੂੰ ਆਸ ਹੈ ਕਿ ਪ੍ਰੋਵਿੰਸ ਅਤੇ ਓਟਾਵਾ ਦਰਮਿਆਨ ਸਕਾਰਾਤਮਕ ਸਹਿਮਤੀ ਬਣੇਗੀ। Big priority for Canadians. We're going to be focused on delivering results for them and doing it in a way that is responsive to the varying realities across the province, across the country. I'm sure we'll also talk about Albertans and how we can make sure we're supporting them. Albertan energy workers and workers in general have been extraordinarily important to the success of Canada over many, many decades, and we need to make sure they continue to be strong into the future as well. The world needs Albertan know-how, Albertan energy, and Albertan solutions for the coming years, and I'm looking forward to continuing the work with the Government of Alberta on delivering for people. Thank you. Je ne parle pas français, so my comments will all be in English. I'm delighted to be able to have an opportunity to talk about some areas of common interest and maybe some areas of diversion to see if we can find some common interest. We have, I think, a lot of shared goals in addressing issues of Indigenous healthcare, mental health, addiction, home care, community-based care as we transform our healthcare system. So I'm pleased that we'll be meeting with all the other premiers today. But of course, I did write a letter to the Prime Minister a couple of weeks ago expressing concern about some of the major initiatives that have been announced without much consultation with Alberta that stand to have a huge impact
on our province. The just transition legislation that gives the impression that the energy sector is going to be phased out. It's not going to be phased out. We're transforming away from high intensity emissions to lower emissions, and I think we have some shared priorities on that, on LNG export to reduce emissions using ਹੜਤਾਲੀ ਬੰਦਰਗਾਹ ਕਾਮਿਆਂ ਨੇ ਵੀਰਵਾਰ ਨੂੰ ਵੈਨਕੂਵਰ ਵਾਟਰਫਰੰਟ ਨੇੜੇ ਰੈਲੀ ਕੀਤੀ ਕਿਉਂਕਿ ਉਹ BC ਨਾਲ ਨਵਾਂ ਇਕਰਾਰਨਾਮਾ ਮੰਗ ਰਹੇ ਨੇ। BC ਮੈਰੀਟਾਈਮ EMPLOYEES ਐਸੋਸੀਏਸ਼ਨ 30 ਤੋਂ ਵੱਧ ਬੰਦਰਗਾਹਾਂ ਤੇ ਲਗਭਗ 7400 ਕਾਮਿਆਂ ਦੀ ਹੜਤਾਲ ਨੂੰ ਖਤਮ ਕਰਨ ਲਈ ਬਾਈਡਿੰਗ ਆਰਬਿਟ੍ਰੇਸ਼ਨ ਦੀ ਮੰਗ ਕਰ ਰਹੀ ਹੈ। ਯੂਨੀਅਨ ਦੇ ਪ੍ਰਧਾਨ ਰੌਬ ਐਸਟਨ ਨੇ ਵੀਰਵਾਰ ਨੂੰ ਵੈਨਕੂਵਰ 'ਚ ਇਕਜੁੱਟਤਾ ਰੈਲੀ 'ਚ ਸੈਂਕੜੇ ਵਰਕਰਾਂ ਨੂੰ ਕਿਹਾ ਕਿ ਮਾਲਕ ਗੱਲ ਨਹੀਂ ਕਰਨਾ ਚਾਹੁੰਦੇ ਤੇ ਕਰਮਚਾਰੀਆਂ ਨਾਲ ਸਤਿਕਾਰ ਨਾਲ ਪੇਸ਼ ਨਹੀਂ ਆਉਂਦੇ। ਹੜਤਾਲੀ ਬੰਦਰਗਾਹ ਕਾਮਿਆਂ ਨੇ ਵੀਰਵਾਰ ਨੂੰ ਵੈਨਕੂਵਰ ਵਾਟਰਫਰੰਟ ਨੇੜੇ ਰੈਲੀ ਕੀਤੀ ਕਿਉਂਕਿ ਉਹ BC ਨਾਲ ਨਵਾਂ ਇਕਰਾਰਨਾਮਾ ਮੰਗ ਰਹੇ ਸਨ। ਹੜਤਾਲੀ ਬ੍ਰਿਟਿਸ਼ ਕੋਲੰਬੀਆ ਬੰਦਰਗਾਹ ਕਾਮਿਆਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਰੁਜ਼ਗਾਰਦਾਤਾ ਮਜ਼ਦੂਰਾਂ ਦੀ 6 ਦਿਨਾਂ ਦੀ ਹੜਤਾਲ ਨੂੰ ਖਤਮ ਕਰਨ ਲਈ ਗੱਲਬਾਤ ਕਰਨ ਦੀ ਬਜਾਏ ਫੈਡਰਲ ਸਰਕਾਰ ਦੇ ਆਪਣੇ ਡਰਟੀ ਵਰਕ ਕਰਨ ਦੀ ਉਡੀਕ ਕਰ ਰਹੇ ਨੇ। ਇੰਟਰਨੈਸ਼ਨਲ ਲੌਂਗਸ਼ੋਰ ਐਂਡ ਵੇਅਰਹਾਊਸ ਯੂਨੀਅਨ ਕੈਨੇਡਾ ਦੇ ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਬੰਦਰਗਾਹ ਮਾਲਕਾਂ ਦੀ ਨੁਮਾਇੰਦਗੀ ਕਰਨ ਵਾਲੀ ਐਸੋਸੀਏਸ਼ਨ ਸੋਮਵਾਰ ਨੂੰ ਰੁਕੀ ਹੋਈ ਗੱਲਬਾਤ ਨੂੰ ਮੁੜ ਸ਼ੁਰੂ ਕਰਨ ਦੀ ਬਜਾਏ ਡਰਟੀ ਟ੍ਰਿਕਸ ਕੰਪੇਨ ਵਿੱਚ ਵਧੇਰੇ ਦਿਲਚਸਪੀ ਰੱਖਦੀ ਹੈ। BC ਮੈਰੀਟਾਈਮ EMPLOYEES ਐਸੋਸੀਏਸ਼ਨ 30 ਤੋਂ ਵੱਧ ਬੰਦਰਗਾਹਾਂ ਤੇ ਲਗਭਗ 7400 ਕਾਮਿਆਂ ਦੀ ਹੜਤਾਲ ਨੂੰ ਖਤਮ ਕਰਨ ਲਈ ਬਾਈਡਿੰਗ ਆਰਬਿਟ੍ਰੇਸ਼ਨ ਦੀ ਮੰਗ ਕਰ ਰਹੀ ਹੈ। ਯੂਨੀਅਨ ਦੇ ਪ੍ਰਧਾਨ ਰੌਬ ਐਸਟਨ ਨੇ ਵੀਰਵਾਰ ਨੂੰ ਵੈਨਕੂਵਰ 'ਚ ਇਕਜੁੱਟਤਾ ਰੈਲੀ 'ਚ ਸੈਂਕੜੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਾਲਕ 3 ਵਾਰ ਮੇਜ਼ ਤੋਂ ਦੂਰ ਚਲਾ ਗਿਆ। ਐਸਟਨ ਕਹਿੰਦਾ ਹੈ ਕਿ ਮਾਲਕ ਗੱਲ ਨਹੀਂ ਕਰਨਾ ਚਾਹੁੰਦੇ ਅਤੇ ਕਰਮਚਾਰੀਆਂ ਨਾਲ ਸਤਿਕਾਰ ਨਾਲ ਪੇਸ਼ ਨਹੀਂ ਆਉਂਦੇ। ਐਸਟਨ ਨੇ ਵੀਰਵਾਰ ਨੂੰ ਪਹਿਲਾਂ ਇੱਕ ਬਿਆਨ 'ਚ ਕਿਹਾ ਸੀ ਕਿ ਰੁਜ਼ਗਾਰਦਾਤਾਵਾਂ ਐਸੋਸੀਏਸ਼ਨ ਨੇ ਡੌਕ ਵਰਕਰਾਂ ਦੀ ਆਮਦਨੀ ਨੂੰ ਵਧਾ ਚੜ੍ਹਾ ਕੇ ਗਲਤ ਜਾਣਕਾਰੀ ਅਤੇ ਵੇਰਵੇ ਜਾਰੀ ਕੀਤੇ ਨੇ। ਐਸੋਸੀਏਸ਼ਨ ਜੋ ਕਿ 30 ਤੋਂ ਵੱਧ ਬੰਦਰਗਾਹਾਂ ਤੋਂ ਕੰਮ ਕਰਨ ਵਾਲੇ ਮਾਲਕਾਂ ਦੀ ਤਰਫੋਂ ਸੌਦੇਬਾਜ਼ੀ ਕਰਦੀ ਹੈ, ਸੋਮਵਾਰ ਨੂੰ ਗੱਲਬਾਤ ਤੋਂ ਹਟ ਗਈ ਅਤੇ ਕਿਹਾ ਕਿ ਬਾਈਡਿੰਗ ਆਰਬਿਟ੍ਰੇਸ਼ਨ ਨੌਕਰੀ ਦੀ ਕਾਰਵਾਈ ਨੂੰ ਜਲਦੀ ਹੱਲ ਕਰ ਸਕਦੀ ਹੈ। ਯੂਨੀਅਨ ਵਰਕਰਾਂ ਨੇ ਕੈਨੇਡਾ ਡੇ ਤੋਂ ਬਾਅਦ ਤੋਂ ਕੰਮ ਬੰਦ ਕਰ ਦਿੱਤਾ ਹੈ ਤਾਂ ਜੋ ਤਨਖਾਹਾਂ 'ਚ ਸੁਧਾਰ ਅਤੇ ਕੰਟਰੈਕਟ ਆਊਟ ਅਤੇ ਆਟੋਮੇਸ਼ਨ ਵਿਰੁੱਧ ਵਿਵਸਥਾਵਾਂ ਦੀ ਮੰਗ ਕੀਤੀ ਜਾ ਸਕੇ। ਫੈਡਰਲ ਲੇਬਰ ਮੰਤਰੀ ਸੀਮਸ ਓਰੀਗਨ ਦੋਵਾਂ ਧਿਰਾਂ ਨੂੰ ਉਪਲਬਧ ਵਿਚੋਲੇ ਦੀ ਵਰਤੋਂ ਕਰਨ ਅਤੇ ਗੱਲਬਾਤ ਮੁੜ ਸ਼ੁਰੂ ਕਰਨ ਦੀ ਅਪੀਲ ਕਰ ਰਹੇ ਨੇ। ਟੋਰਾਂਟੋ ਦੀ ਨਵੀਂ ਮੇਅਰ ਓਲੀਵੀਆ ਚਾਓ ਨੇ ਫੈਡਰਲ ਸਰਕਾਰ ਉੱਤੇ ਵਰਦਿਆਂ ਆਖਿਆ ਕਿ ਜਿੰਨੇ ਵੀ ਰਿਫਿਊਜ਼ੀਆਂ ਨੂੰ ਸਰਕਾਰ ਦੇਸ਼ ਵਿੱਚ ਲੈ ਕੇ ਆ ਰਹੀ ਹੈ ਉਹਨਾਂ ਦੀ ਹਾਊਸਿੰਗ ਲਈ ਉਸ ਵੱਲੋਂ ਭੋਰਾ ਵੀ ਜ਼ਿੰਮੇਵਾਰੀ ਨਹੀਂ ਨਿਭਾਈ ਜਾ ਰਹੀ। ਪਰ ਉਹਨਾਂ ਇਹ ਆਸ ਵੀ ਪ੍ਰਗਟਾਈ ਕਿ ਹਾਲਾਤ 'ਚ ਸੁਧਾਰ ਲਿਆਉਣ ਲਈ ਉਹ ਫੈਡਰਲ ਸਰਕਾਰ ਨਾਲ ਰਲ ਕੇ ਕੋਈ ਹੱਲ ਕੱਢ ਲਵੇਗੀ। ਸਕਾਰਬਰੋ ਵਿੱਚ ਕਮਿਊਨਿਟੀ ਆਗੂਆਂ ਤੇ ਪ੍ਰਾਈਵੇਟ ਸੈਕਟਰ ਦੇ ਆਗੂਆਂ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚਾਓ ਨੇ ਆਖਿਆ ਕਿ ਰਿਫਿਊਜ਼ੀਆਂ ਦੀ ਹਾਊਸਿੰਗ ਲਈ ਫੈਡਰਲ ਸਰਕਾਰ ਵੱਲੋਂ ਇਸ ਵੇਲੇ ਧੇਲੇ ਦੀ ਮਦਦ ਨਹੀਂ ਕੀਤੀ ਜਾ ਰਹੀ। That we all face together as the next step is to how do we take this entire development, the community of new people that are coming in, how do we make sure that what's being built here would be good housing, good jobs, and services for the residents, but also some part of it making sure it's affordable. That is the challenge we face. We don't have all the answers, but today we made a commitment to continue to work together, to look at the tools that the City of Toronto have and how we could provide those tools to encourage the development of more affordable housing. But using at the heart of the entire plan, that at the heart of it is a partnership with people, local residents in the middle, and then building around it. I was very inspired by
the community agencies, the many decades of service people have, and all the private sector, whether it's from banking or construction or development industry, all wanting to contribute and wanting to have the opportunity to provide the city some ideas, some best practices, so that we could all succeed together. This is part of my transition plan. Instead of having a blue ribbon panel, I'm coming out to the community, listening, learning, and understanding, and making pledge to say, let's continue this excellent work. ਪੰਜਾਬੀ ਇੰਡਸਟਰੀ ਦਾ ਜਾਣਿਆ ਪਛਾਣਿਆ ਨਾਮ ਸਤਿੰਦਰ ਸੱਤੀ ਹੁਣ ਕੈਨੇਡਾ 'ਚ ਇਮੀਗ੍ਰੇਸ਼ਨ ਵਕੀਲ ਨੇ। ਸਤਿੰਦਰ ਸੱਤੀ ਨੇ ਇੱਕ ਵੀਡੀਓ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਪੰਜਾਬ ਦੇ ਧੋਖੇਬਾਜ਼ ਟਰੈਵਲ ਏਜੰਟਾਂ ਤੇ ਭੜਕਦੀ ਹੋਈ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਸੱਤੀ ਨੇ ਉਹਨਾਂ ਬੱਚਿਆਂ ਲਈ ਦੁੱਖ ਜਤਾਇਆ ਜਿਨ੍ਹਾਂ ਦੀਆਂ ਵੀਜ਼ਾ ਅਰਜ਼ੀਆਂ ਟਰੈਵਲ ਏਜੰਟਾਂ ਦੀ ਵਜ੍ਹਾ ਕਰਕੇ ਰੱਦ ਹੋ ਗਈਆਂ। ਸੱਤੀ ਨੇ ਕਿਹਾ ਬਹੁਤ ਸਾਰੇ ਬੱਚਿਆਂ ਦੇ ਕੇਸ ਖਰਾਬ ਹੋਏ ਨੇ। ਇਹ ਸਿਰਫ ਇਸ ਕਰਕੇ ਖਰਾਬ ਹੋਏ ਨੇ ਕਿਉਂਕਿ ਉਹਨਾਂ ਦੇ ਫਾਰਮਾਂ 'ਚ ਗਲਤ ਜਾਣਕਾਰੀ ਦਿੱਤੀ ਗਈ, ਉਹਨਾਂ ਨੂੰ ਫਾਰਮਾਂ 'ਚ ਗਲਤ ਕੋਰਸ ਭਰਵਾਇਆ ਗਿਆ। ਇਹੀ ਕਾਰਨ ਹੈ ਕਿ ਉਹਨਾਂ ਦੀਆਂ ਅਰਜ਼ੀਆਂ ਰੱਦ ਹੋ ਜਾਂਦੀਆਂ ਨੇ। ਇਸ ਦੇ ਨਾਲ ਸੱਤੀ ਨੇ ਇਹ ਵੀ ਕਿਹਾ ਕਿ ਝੂਠੇ ਤੇ ਧੋਖੇਬਾਜ਼ ਟਰੈਵਲ ਏਜੰਟਾਂ ਤੋਂ ਵੀ ਸਾਵਧਾਨ ਰਹਿਣ ਦੀ ਲੋੜ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਸਤਿੰਦਰ ਸੱਤੀ ਐਂਡ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਮੈਂ ਇਮੀਗ੍ਰੇਸ਼ਨ ਲਾਇਰ ਇਨ ਕੈਨੇਡਾ। ਇੱਕ ਗੱਲ ਜਿਹੜੀ ਮੈਂ ਆਪਣੀ ਪ੍ਰੈਕਟਿਸ ਦੇ ਵਿੱਚ ਵੇਖ ਰਹੀ ਹਾਂ ਉਹ ਇਹ ਹੈ ਕਿ ਇੰਨੇ ਸਾਰੇ ਬੱਚਿਆਂ ਦੇ ਕੇਸਿਸ ਖਰਾਬ ਹੋਏ ਨੇ ਮਿਸ ਰਿਪਰੈਜ਼ੈਂਟੇਸ਼ਨ ਕਰਕੇ, ਫਾਰਮਸ ਦੇ ਵਿੱਚ ਗਲਤ ਇਨਫੋਰਮੇਸ਼ਨ ਜਾਂ ਕਿਸ ਕੈਟਾਗਰੀ ਦੀ ਚੀਜ਼ ਹੈ, ਤੁਸੀਂ ਤੁਹਾਡੀ ਪੜ੍ਹਾਈ ਹੈ ਤੇ ਕਿਸੇ ਹੋਰ ਕੈਟਾਗਰੀ ਦੇ ਵਿੱਚ ਤੁਹਾਡਾ ਕੇਸ ਲੱਗ ਗਿਆ, ਰਿਫਿਊਜ਼ਲ ਤੇ ਲੱਗੇਗੀ। ਸੋ ਪਲੀਜ਼ ਮੇਕ ਸ਼ੋਰ ਕਿ ਜਦੋਂ ਵੀ ਤੁਸੀਂ ਕਿਸੇ ਕੋਲੋਂ ਆਪਣਾ ਕੇਸ ਫਾਈਲ, ਚਾਹੇ ਉਹ ਸਟੱਡੀ ਹੈ, ਚਾਹੇ ਵਿਜ਼ਿਟਰ ਵੀਜ਼ਾ ਹੈ, ਸਪਾਊਸਲ ਵੀਜ਼ਾ ਦੀ ਮੇਰੇ ਕੋਲ ਇੰਨੀ ਜ਼ਿਆਦਾ ਰਿਫਿਊਜ਼ਲ ਆ ਰਹੀ ਹੈ, ਐਕਸਪ੍ਰੈਸ ਐਂਟਰੀ ਹੈ, ਤੇ ਸਹੀ ਜਿਹੜਾ ਪੜ੍ਹਿਆ ਲਿਖਿਆ ਬੰਦਾ ਹੈ ਅਬਲ ਤੇ ਇਮੀਗ੍ਰੇਸ਼ਨ ਲਾਇਰ ਕੋਲ ਜਾਓ, ਜੇ ਨਹੀਂ ਹੈ ਤੇ ਕੈਨੇਡਾ ਦੇ ਵਿੱਚ ਕੰਸਲਟੈਂਟ ਜਿਹੜੇ ਰਜਿਸਟਰਡ ਨੇ, ਪਲੀਜ਼ ਚੈੱਕ ਕਰੋ ਗੂਗਲ ਦੇ ਉੱਤੇ ਕਿ ਉਹ ਰਜਿਸਟਰਡ ਹੈ ਕਿ ਨਹੀਂ, ਉਹਨਾਂ ਕੋਲ ਜਾਓ। ਐਵੇਂ ਮਤਲਬ ਪੰਜਾਬ ਦੇ ਵਿੱਚ ਬਹੁਤੇ ਲੋਕ ਜਿਹੜੇ ਨੇ ਉਹ ਮਿਸਗਾਈਡ ਜ਼ਿਆਦਾ ਕਰ ਰਹੇ ਨੇ ਕਿਉਂਕਿ ਐਜੂਕੇਸ਼ਨ ਨਹੀਂ ਹੈ ਉਹਨਾਂ ਕੋਲ। ਕੋਈ ਵੀ ਬੰਦਾ ਉੱਠ ਕੇ ਕਹਿੰਦਾ ਵੀ ਅੱਛਾ ਇਮੀਗ੍ਰੇਸ਼ਨ ਦਾ ਬੜਾ ਕੰਮ ਹੈ, ਅਸੀਂ ਖੋਲ੍ਹ ਲੈਂਦੇ ਹਾਂ ਇਮੀਗ੍ਰੇਸ਼ਨ ਦਾ, ਪਰ ਬੱਚਿਆਂ ਦੀ ਜ਼ਿੰਦਗੀ ਦੇ ਨਾਲ, ਕਿਸੇ ਦੇ ਲਾਈਫ ਦੇ ਨਾਲ, ਕਰੀਅਰ ਦੇ ਨਾਲ ਖਿਲਵਾੜ ਕਰਨਾ ਚੰਗੀ ਗੱਲ ਨਹੀਂ ਹੈ। ਇੰਨੇ ਡੈਪੂਟੇਸ਼ਨ ਦੇ ਕੇਸਿਸ ਨੇ, ਉਹ ਸਿਰਫ ਮਿਸ ਰਿਪਰੈਜ਼ੈਂਟੇਸ਼ਨ ਜਿਹੜੀ ਹੈ ਉਹ ਏਜੰਟ ਨੇ ਗਲਤ ਇਨਫੋਰਮੇਸ਼ਨਸ ਦਿੱਤੀਆਂ ਹੋਈਆਂ ਨੇ। ਕੋਈ ਫਰਕ ਨਹੀਂ ਪੈਂਦਾ ਹੈਗਾ ਕਿ ਆਪਾਂ 200-400 ਰੁਪਏ ਸਸਤਾ ਨਹੀਂ ਕਰਨਾ, ਜ਼ਿੰਦਗੀ ਨੂੰ ਬਿਹਤਰ ਤੇ ਆਸਾਨ ਕਰਨਾ। ਇੱਥੇ ਆ ਕੇ ਕਿੰਨੀਆਂ ਮੁਸ਼ਕਿਲਾਂ ਨੇ। ਕੈਨੇਡਾ ਨੇ ਬੜਾ ਈਜ਼ੀ ਪਾਥਵੇ ਹੁਣ ਤੇ ਬੜੇ ਸਾਰੇ ਸਟਰੀਮਸ ਖੋਲੀਆਂ ਨੇ ਜਿਹਦੇ ਵਿੱਚ ਤੁਸੀਂ ਬੜਾ ਈਜ਼ੀ ਅਪਲਾਈ ਕਰ ਸਕਦੇ ਹੋ। ਅਲਬਰਟਾ ਸਰਕਾਰ ਕੈਲਗਰੀ ਦੇ ਪੱਛਮ 'ਚ ਫਰਸਟ ਨੇਸ਼ਨ ਤੇ ਲੰਬੇ ਸਮੇਂ ਲਈ ਨਸ਼ਾ ਮੁਕਤੀ ਦੇ ਇਲਾਜ ਦੀ ਸਹੂਲਤ ਬਣਵਾਉਣ ਲਈ $30 ਮਿਲੀਅਨ ਤੱਕ ਖਰਚ ਕਰਨ ਦੀ ਯੋਜਨਾ ਬਣਾ ਰਹੀ ਹੈ। ਇੱਕ ਨਿਊਜ਼ ਕਾਨਫਰੰਸ ਦੌਰਾਨ ਪ੍ਰੀਮੀਅਰ ਡੈਨੀਅਲ ਸਮਿਥ ਵੱਲੋਂ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ। ਪ੍ਰੀਮੀਅਰ ਡੈਨੀਅਲ ਸਮਿਥ ਦਾ ਕਹਿਣਾ ਹੈ ਕਿ ਇਹ ਅਲਬਰਟਾ 'ਚ ਨਸ਼ਾਖੋਰੀ ਵਾਲੇ ਲੋਕਾਂ ਦੀ ਮਦਦ ਕਰਨ ਲਈ ਸਰਕਾਰ ਦੀ ਲੰਬੇ ਸਮੇਂ ਦੀ ਰਣਨੀਤੀ ਦੇ ਹਿੱਸੇ ਵਜੋਂ ਯੋਜਨਾਬੱਧ ਜਾਂ ਚੱਲ ਰਹੇ 11 ਰਿਕਵਰੀ ਸੈਂਟਰਾਂ 'ਚੋਂ ਇੱਕ ਹੈ। ਯੂਕੌਨ ਨੇ ਫੈਡਰਲ ਸਰਕਾਰ ਵੱਲੋਂ ਪੇਸ਼ ਹੈਲਥ ਫੰਡਿੰਗ ਸਮਝੌਤੇ ਤੇ ਦਸਤਖਤ ਕਰ ਦਿੱਤੇ ਨੇ, ਜਿਸ ਤਹਿਤ ਯੂਕੌਨ ਨੂੰ ਅਗਲੇ 10 ਸਾਲਾਂ ਦੌਰਾਨ $380 ਮਿਲੀਅਨ ਫੰਡਿੰਗ ਪ੍ਰਾਪਤ ਹੋਵੇਗੀ। ਨਾਰਥ ਵੈਸਟ ਟੈਰੀਟਰੀਜ਼ ਅਤੇ ਫੈਡਰਲ ਸਰਕਾਰ ਦਰਮਿਆਨ 10 ਸਾਲਾਂ ਦੌਰਾਨ $361 ਮਿਲੀਅਨ ਦਾ ਹੈਲਥ ਫੰਡਿੰਗ ਸਮਝੌਤਾ ਹੋਣ ਦੀ ਖਬਰ ਦੇ 1.5 ਘੰਟੇ ਦੇ ਅੰਦਰ ਹੀ ਯੂਕੌਨ ਨੇ ਵੀ ਨਵੇਂ ਸਮਝੌਤੇ ਨੂੰ ਸਵੀਕਾਰ ਕਰ ਲਿਆ। ਦੋਵਾਂ ਸਮਝੌਤਿਆਂ ਵਿੱਚ ਫੈਡਰਲ ਸਰਕਾਰ ਤੋਂ ਹੈਲਥ ਕੇਅਰ ਟ੍ਰਾਂਸਫਰ ਨੂੰ ਪ੍ਰੋਤਸਾਹਨ ਅਤੇ ਪ੍ਰਦੇਸ਼ਾਂ ਦੇ ਖਾਸ ਮਸਲਿਆਂ ਤੇ ਕੇਂਦਰਿਤ ਹਰੇਕ ਪ੍ਰਦੇਸ਼ ਲਈ $73 ਮਿਲੀਅਨ ਸ਼ਾਮਲ ਨੇ। ਸਥਾਨਕ ਸਿਆਸਤਦਾਨਾਂ, ਡਾਕਟਰਾਂ, ਨਰਸਾਂ ਅਤੇ ਹੈਲਥ ਕੇਅਰ ਦੀ ਵਕਾਲਤ ਕਰਨ ਵਾਲਿਆਂ ਦੁਆਰਾ ਹੈਲਥ ਕੇਅਰ ਸੰਕਟ ਦੀ ਚੇਤਾਵਨੀ ਦਿੱਤੇ ਜਾਣ ਤੋਂ ਬਾਅਦ ਫਰਵਰੀ 'ਚ ਟਰੂਡੋ ਨੇ ਸੂਬਾਈ ਅਤੇ ਪ੍ਰਦੇਸ਼ਾਂ ਦੇ ਪ੍ਰੀਮੀਅਰਾਂ ਨੂੰ ਹੈਲਥ ਕੇਅਰ ਤੇ ਨਵੀਂ ਫੰਡਿੰਗ ਦੀ ਪੇਸ਼ਕਸ਼ ਕੀਤੀ ਸੀ। ਹੁਣ ਨੂਨਾਵੂਟ ਅਤੇ ਕਿਊਬੈਕ ਹੀ ਦੋ ਸੂਬਾਈ ਅਤੇ ਪ੍ਰਦੇਸ਼ ਸਰਕਾਰਾਂ ਨੇ ਜੋ ਨਵੇਂ ਹੈਲਥ ਸਮਝੌਤੇ ਤੋਂ ਬਗੈਰ ਨੇ। ਫੰਡਿੰਗ ਦੇ ਬਦਲੇ ਵਿੱਚ ਸੂਬੇ ਅਤੇ ਪ੍ਰਦੇਸ਼ ਸਰਕਾਰਾਂ ਆਪਣੇ ਅਧਿਕਾਰ ਖੇਤਰ 'ਚ ਹੈਲਥ ਕੇਅਰ 'ਚ ਸੁਧਾਰ ਲਈ ਟੀਚਿਆਂ ਅਤੇ ਸਮਾਂ ਸੀਮਾਵਾਂ ਦੇ ਨਾਲ ਇੱਕ 3 ਸਾਲਾ ਯੋਜਨਾ ਵਿਕਸਿਤ ਕਰਨ ਲਈ ਵਚਨਬੱਧ ਨੇ। ਸਮਝੌਤੇ ਦੇ ਹਿੱਸੇ ਵਜੋਂ ਨਾਰਥ ਵੈਸਟ ਟੈਰੀਟਰੀਜ਼ ਅਤੇ ਯੂਕੌਨ ਦੋਵਾਂ ਨੂੰ ਹੈਲਥ ਕੇਅਰ ਸਿਸਟਮ 'ਚ ਜ਼ਰੂਰੀ ਲੋੜਾਂ ਨੂੰ ਪੂਰਾ ਕਰਨ ਲਈ ਇੱਕ ਵਾਰ ਲਈ
$2 ਮਿਲੀਅਨ ਦੀ ਰਾਸ਼ੀ ਤੁਰੰਤ ਪ੍ਰਾਪਤ ਹੋਵੇਗੀ। ਟਾਈਟਨ ਪਣਡੁੱਬੀ ਦੀ ਮਲਕੀਅਤ ਵਾਲੀ ਕੰਪਨੀ ਓਸ਼ੀਅਨ ਗੇਟ ਨੇ ਵੀਰਵਾਰ ਨੂੰ ਕਿਹਾ ਕਿ ਉਸਨੇ ਆਪਣਾ ਕੰਮਕਾਜ ਮੁਅੱਤਲ ਕਰ ਦਿੱਤਾ ਹੈ। 18 ਜੂਨ ਨੂੰ ਟਾਈਟੈਨਿਕ ਦਾ ਮਲਬਾ ਦੇਖਣ ਗਈ ਟਾਈਟਨ ਪਣਡੁੱਬੀ ਅੰਦਰ ਸਮੁੰਦਰ ਹੇਠਾਂ ਧਮਾਕਾ ਹੋ ਗਿਆ ਸੀ, ਜਿਸ ਵਿੱਚ ਪਣਡੁੱਬੀ 'ਚ ਸਵਾਰ 5 ਸਵਾਰੀਆਂ ਦੀ ਮੌਤ ਹੋ ਗਈ ਸੀ। ਇਸ ਪਣਡੁੱਬੀ ਨੇ ਨਿਊਫੰਡਲੈਂਡ ਦੇ ਦੱਖਣੀ ਪੂਰਬੀ ਤੱਟ ਤੋਂ 700 ਕਿਲੋਮੀਟਰ ਦੂਰ ਸਮੁੰਦਰ ਤਲ ਵੱਲ ਜਾਣਾ ਸ਼ੁਰੂ ਕੀਤਾ ਸੀ। ਮੰਨਿਆ ਜਾ ਰਿਹਾ ਹੈ ਕਿ ਪਾਣੀ ਦੇ ਵਾਧੂ ਦਾਬ ਕਾਰਨ ਪਣਡੁੱਬੀ 'ਚ ਅੰਦਰ ਵੱਲ ਧਮਾਕਾ ਹੋ ਗਿਆ। ਇਸ ਪਣਡੁੱਬੀ 'ਚ ਮਾਰੇ ਜਾਣ ਵਾਲੇ 5 ਲੋਕਾਂ ਵਿੱਚ ਓਸ਼ੀਅਨ ਗੇਟ ਦੇ CEO ਸਕਾਟਨ ਰਸ਼ ਵੀ ਸ਼ਾਮਲ ਸਨ। ਕੰਪਨੀ ਦੀ ਵੈਬਸਾਈਟ ਤੇ ਵੀਰਵਾਰ ਨੂੰ ਕਿਹਾ ਗਿਆ ਕਿ ਕੰਪਨੀ ਨੇ ਆਪਣੇ ਸਾਰੇ ਖੋਜ ਅਤੇ ਵਪਾਰਕ ਕਾਰਜਾਂ ਨੂੰ ਮੁਅੱਤਲ ਕਰ ਦਿੱਤਾ ਹੈ। US ਕੋਸਟ ਗਾਰਡ ਦੁਆਰਾ ਧਮਾਕੇ ਦੀ ਜਾਂਚ ਕੀਤੀ ਜਾ ਰਹੀ ਹੈ। ਓਸ਼ੀਅਨ ਗੇਟ US 'ਚ ਆਧਾਰਿਤ ਹੈ ਅਤੇ ਟਾਈਟੈਨਿਕ ਤੱਕ ਟਾਈਟਨ ਨੂੰ ਪਹੁੰਚਾਉਣ ਵਾਲੀ ਇੱਕ ਸੰਬੰਧਿਤ ਕੰਪਨੀ ਓਸ਼ੀਅਨ ਗੇਟ ਐਕਸਪੈਡੀਸ਼ਨਜ਼ ਬਹਾਮਾਜ਼ 'ਚ ਰਜਿਸਟਰਡ ਹੈ। US ਕੋਸਟ ਗਾਰਡ ਨੇ ਦੱਸਿਆ ਸੀ ਕਿ ਟਾਈਟਨ ਪਣਡੁੱਬੀ US ਕੋਸਟ ਗਾਰਡ ਵੱਲੋਂ ਮਾਨਤਾ ਪ੍ਰਾਪਤ ਜਾਂ ਸਰਟੀਫਿਕੇਟ ਪ੍ਰਾਪਤ ਪਣਡੁੱਬੀ ਨਹੀਂ ਸੀ। ਇਸ ਦੇ ਨਾਲ ਹੀ ਜਸਵੀਰ ਨੂੰ ਦਿਓ ਇਜਾਜ਼ਤ। ਦੇਖਦੇ ਰਹੋ TV ਪੰਜਾਬ। ਕੈਨੇਡੀਅਨਸ ਨੂੰ ਇੱਕ ਵਾਰ ਫਿਰ ਵਿਆਜ ਦਰਾਂ 'ਚ ਕੀਤੇ ਜਾਣ ਵਾਲੇ ਵਾਧੇ ਦਾ ਕਰਨਾ ਪੈ ਸਕਦਾ ਹੈ ਸਾਹਮਣਾ। 1 ਸਾਲ ਤੋਂ ਵੀ ਘੱਟ ਸਮੇਂ 'ਚ ਬੈਂਕ ਵੱਲੋਂ 8 ਵਾਰੀ ਆਪਣੀਆਂ ਵਿਆਜ ਦਰਾਂ 'ਚ ਕੀਤਾ ਜਾ ਚੁੱਕਿਆ ਹੈ ਵਾਧਾ। ਹੜਤਾਲੀ ਬੰਦਰਗਾਹ ਕਾਮਿਆਂ ਨੇ ਵੈਨਕੂਵਰ ਵਾਟਰਫਰੰਟ ਨੇੜੇ ਕੀਤੀ ਰੈਲੀ। ਯੂਨੀਅਨ ਦੇ ਪ੍ਰਧਾਨ ਰੌਬ ਐਸ਼ਟਨ ਨੇ ਕਿਹਾ ਕਿ ਮਾਲਕ ਗੱਲ ਨਹੀਂ ਕਰਨਾ ਚਾਹੁੰਦੇ ਤੇ ਕਰਮਚਾਰੀਆਂ ਨਾਲ ਸਤਿਕਾਰ ਨਾਲ ਪੇਸ਼ ਨਹੀਂ ਆਉਂਦੇ। ਇਮੀਗ੍ਰੇਸ਼ਨ ਵਕੀਲ ਸਤਿੰਦਰ ਸੱਤੀ ਭੜਕੀ ਪੰਜਾਬ ਦੇ ਧੋਖੇਬਾਜ਼ ਟਰੈਵਲ ਏਜੰਟਾਂ ਤੇ। ਕਿਹਾ ਬਹੁਤ ਸਾਰੀਆਂ ਵੀਜ਼ਾ ਅਰਜ਼ੀਆਂ ਟਰੈਵਲ ਏਜੰਟਾਂ ਦੀ ਵਜ੍ਹਾ ਕਰਕੇ ਹੋ ਰਹੀਆਂ ਨੇ ਰੱਦ। ਓਨਟਾਰੀਓ 'ਚ ਗਰਮੀ ਦੀ ਲਹਿਰ ਤੋਂ ਬਾਅਦ ਰਾਹਤ ਮਿਲਣ ਦੀ ਉਮੀਦ, ਪਰ ਕਿਊਬਿਕ 'ਚ ਵੀਕਐਂਡ ਤੱਕ ਗਰਮ ਅਤੇ ਨਮੀ ਵਾਲਾ ਮੌਸਮ ਰਹਿਣ ਦੀ ਭਵਿੱਖਬਾਣੀ।